कबीर मेरा मुझ में किछ नहीं, जो किछ है सो तेरा, तेरा तुझको सौंपते क्या लागे मेरा। कबीर तू तू करता तू हुआ, मुझ में रहा न हूँ जब आपा पर का मिट गया। जत देखो तत तू सतनाम। वाहिगुरु जी कल्लर केरी छपड़ी, आए उलथे हंज चिंजू बोड़न ना पीवै, उड्डण संधी डंज। हंस उडर कोदरे पिया, लोक विडारण जाए। गहला लोक ना जानदा, हंस ना कोदरा खाए। गहला लोक न जानदा, हंस न कोदरा खाए। परम सन्मानयोग सतगुरु हाजरा हजूर ज़ारा ज़हूर, चबर छत्र तख दे मालिक धन सतगुरु गुरु ग्रंथ साहिब सच्चे पातशाह महाराज जी दी पावन पवित्र निगी गोद अंदर अमृत वेले दे पावन दरबार दियां हाजरियां भर रहे सतसंगी जनों, वड्डियां भागां वाले हो। सतगुरां दी अपार किरपा सदका गुरुदेव दी पावन बाणी नाल आप जियां ने सांझ पाई है। रब्बी बाणी दा कीर्तन आप जियां ने सरवण कीता है। समा है गुरमत विचारां दा। बाबा फरीद साहिब जी दी पावन बाणी दे विच अज 2 सलोकां दी विचार मनोबृत्तियां नूं इकागर करदिआं धन सतगुरु गुरु ग्रंथ साहिब सच्चे पातशाह दे पावन चरनां दे विच बड़े अदब नाल सीस झुकांदिआं फतेह नाल सांझ पाओ जी। आखो जी वाहिगुरू जी का खालसा, वाहिगुरू जी की फतेह। बाबा फरीद साहिब जी ने अज दे 74 नंबर 64 और 65 नंबर के सलोक के अंदर जो रहमत की है, बाबा फरीद साहब कहते ने कि कल्लर केरी छपड़ी, आए उलथे हंज। कल्लर दी जमीन वो जमीन है जिस जमीन के अंदर कुछ पैदाइश ना होए, जिस जमीन के अंदर कोई फसल नहीं होंदी ते वो जमीन निखसमी रह जाती है। कोई उसका राखा नहीं बनता, कोई उसनों संभालन वाला नहीं बनता। ते बाबा फरीद साहब आखते हैं कि कल्लर केरी छपड़ी, ते उस कल्लर की जमीन के अंदर, कल्लर की मिट्टी अंदर जे छपड़ी होए पानी की, आए उलथे हंज, ते उथे हंज पाओ के हंस जड़े ने वो भी आके उतर आन। हुण देखो हंसां दा सुभाव है कि हंस मान सरोवर दे उपर आके टिकदे ने और हंसां दी खुराक केवल हीरे मोती चुगना है। बाणी आखदी है कि हंसा हीरा मोती चुगना, बग डड्डा भालन जावे। हंसां दी खुराक हीरे मोती और हंसां दा जो वसेबा है वो मान सरोवर है। पर अज बाबा फरीद साहब आखते हैं कि कल्लर वर्गी जमीन के उपर छपड़ी होए, आए उलथे हंज, ते हंज भी पाओ के हंस उस छपड़ी के उपर आके उतर जान, उस छपड़ी दे आके बैठ जान। चिंजू बोड़न ना पीवै, ते अपनी चिंजू तो पाओ जो चुंझ है
ਉਸ ਪਾਣੀ ਦੇ ਅੰਦਰ ਪਾ ਦੇਣ, ਪਰ ਪਾਣੀ ਦੇ ਚੁੰਝ ਪਾਣ ਦੇ ਬਾਵਜੂਦ ਵੀ ਉਸ ਪਾਣੀ ਨੂੰ ਉਹ ਪੀਂਦੇ ਨਹੀਂ। ਤੇ ਅਗਲੀ ਗੱਲ ਹੈ ਕਿ ਉੱਡਣ ਸੱਦੀ ਡੰਜ, ਕਹਿੰਦੇ ਕਿ ਉਹਨਾਂ ਨੂੰ ਉੱਡਣ ਦੀ ਹੀ ਤਾਂਗ ਬਣੀ ਰਹਿੰਦੀ ਹੈ, ਕਿਉਂਕਿ ਉਸ ਛਪੜੀ ਦੇ ਅੰਦਰ ਉਹ ਸਦਾ ਨਹੀਂ ਰਹਿੰਦੇ। ਉਸ ਛਪੜੀ ਦੇ ਅੰਦਰ ਆਏ ਜ਼ਰੂਰ ਨੇ, ਪਰ ਉਸ ਛਪੜੀ ਤੋਂ ਨਿਰਲੇਪ ਹੋ ਕੇ ਉਹ ਇਸ ਤੋਂ ਨਿਕਲਣਾ ਚਾਹੁੰਦੇ ਨੇ। ਹੁਣ ਜੇ ਇਸ ਪਾਵਨ ਸ਼ਲੋਕ ਦੀ ਅਸੀਂ ਵਿਆਖਿਆ ਕਰੀਏ, ਭਾਵ ਅਰਥ ਦੇ ਨਾਲ ਵਿਚਾਰੀਏ, ਤੇ ਬਾਬਾ ਫਰੀਦ ਸਾਹਿਬ ਆਖਦੇ ਨੇ ਇਹ ਸੰਸਾਰ ਰੂਪੀ ਛਪੜੀ ਦੇ ਸਮਾਨ ਹੈ। ਇਹ ਧਰਤੀ ਮਾਨੋ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਕਲਰ ਦੀ ਛਪੜੀ ਹੈ, ਤੇ ਜਿਸ ਦੇ ਵਿੱਚ ਵਾਸ਼ਨਾਵਾ ਰੂਪੀ, ਮਾਇਆ ਦੇ ਮੋਹ ਰੂਪੀ ਪਾਣੀ ਹੈ। ਤੇ ਹੰਸ ਕੌਣ ਨੇ? ਗੁਰਮੁਖ ਜਨ, ਪ੍ਰਭੂ ਦੇ ਪ੍ਰੇਮ ਦੇ ਅੰਦਰ ਰੰਗੇ ਹੋਏ ਉਹ ਜੀਵ ਆਤਮਾ, ਉਹ ਰੱਬੀ ਪੁਰਸ਼, ਉਹ ਅਵਤਾਰੀ ਪੁਰਸ਼ ਜੋ ਮਾਲਕ ਦੇ ਨਾਲ ਇਕਮਿਕ ਨੇ। ਕਹਿ ਲਵਾਂ ਉਹ ਗੁਰਮੁਖ ਜਨ ਜੋ ਮਾਲਕ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ, ਉਹ ਸੰਸਾਰ ਰੂਪੀ ਇਸ ਵਿਸ਼ੇ ਵਾਸ਼ਨਾਵਾਂ ਮਾਇਆ ਦੇ ਮੋਹ ਰੂਪੀ ਛਪੜੀ ਦੇ ਵਿੱਚ ਆਏ ਜ਼ਰੂਰ ਨੇ, ਪਰ ਚਿੰਜੂ ਬੋੜਨ ਸਤਿਗੁਰ ਆਖਦੇ ਨੇ ਉਹ ਸੰਸਾਰ ਰੂਪੀ ਸਮੂਹ ਦੇ ਵਿੱਚ ਗਲਤਾਨ ਨਹੀਂ ਹੁੰਦੇ। ਉਹ ਸੰਸਾਰ ਦੇ ਸਮੂਹ ਦੇ ਅੰਦਰ ਫਸਦੇ ਨਹੀਂ। ਉਹਨਾਂ ਦਾ ਜੀਵਨ ਤੇ ਇਸ ਤਰ੍ਹਾਂ ਹੈ ਜੋ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿੱਧ ਗੋਸ਼ਟ ਬਾਣੀ ਅੰਦਰ ਰਹਿਮਤ ਕੀਤੀ ਹੈ। ਗੁਰਦੇਵ ਆਖਦੇ ਨੇ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਰਹਿੰਦਾ ਹੈ, ਮੁਰਗਾ ਵੀ ਪਾਣੀ ਦੇ ਅੰਦਰ ਰਹਿੰਦਿਆਂ ਹੋਇਆਂ ਉਹਦੇ ਖੰਭ ਗਿੱਲੇ ਨਹੀਂ ਹੁੰਦੇ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਉਹ ਗੁਰਮੁਖ ਜਨ ਵਿਚਰਦੇ ਜ਼ਰੂਰ ਨੇ। ਇਸ ਸੰਸਾਰ ਦੇ ਭਾਵੇਂ ਮਾਇਆ ਦਾ ਮੋਹ ਹੈ, ਵਿਸ਼ੇ ਵਾਸ਼ਨਾਵਾਂ ਰੂਪੀ ਛਪੜੀ ਹੈ, ਪਰ ਉਹ ਸੰਸਾਰ ਤੋਂ ਉੱਚਾ ਉੱਠ ਕੇ ਆਪਣਾ ਜੀਵਨ ਬਤੀਤ ਕਰਦੇ ਨੇ। ਮਾਇਆ ਦਾ ਪ੍ਰਭਾਵ ਉਹਨਾਂ ਦੇ ਉੱਪਰ ਅਸਰ ਨਹੀਂ ਕਰ ਸਕਦਾ। ਕਿ ਚਿੰਜੂ ਬੋੜਨ ਨਾ ਪਿਵੈ, ਉੱਡਣ ਸਦਨੀ ਡੰਜ ਤੋਂ ਭਾਵ ਹੈ ਕਿ ਉਹ ਉੱਡਣ ਦੀ ਹੀ ਤਾਂਗ ਭਾਵ ਕਿ ਉਹਨਾਂ ਦੀ ਸੁਰਤ ਜਿਹੜੀ ਹੈ ਸਦਾ ਹੀ ਨਿਰੰਕਾਰ ਪਰਮਾਤਮਾ ਦੇ ਨਾਲ ਲੱਗੀ ਰਹਿੰਦੀ ਹੈ। ਬਾਬਾ ਫਰੀਦ ਸਾਹਿਬ ਨੇ ਸ਼ਲੋਕ ਅੰਦਰ ਰਹਿਮਤ ਕੀਤੀ। ਅਗਲਾ ਸ਼ਲੋਕ ਹੈ, ਉਹ ਆਖਦੇ ਨੇ ਕਿ ਹੰਸ ਉਡਰ ਕੋਧਰੇ ਪਿਆ। ਹੰਸ ਜਿਹੜਾ ਹੈ ਉਹ ਆ ਕੇ ਕੋਧਰੇ ਦੀ ਫਸਲ ਦੇ ਉੱਪਰ ਪਿਆ। ਕੋਧਰਾ ਇੱਕ ਐਸੀ ਫਸਲ ਹੈ ਜਿਸ ਨੂੰ ਆਮ ਮਨੁੱਖ ਨਹੀਂ ਖਾਂਦੇ, ਪਰ ਗਰੀਬ ਤਬਕਾ ਜਿਹੜਾ ਹੈ ਜਿਨ੍ਹਾਂ ਦੇ ਕੋਲ 4 ਟਕੇ ਨਾ ਹੋਣ ਤੇ ਗਰੀਬੀ ਦੇ ਅਭਾਵ ਦੇ ਵਿੱਚ ਉਸ ਕੋਧਰੇ ਦੇ ਆਟੇ ਨੂੰ ਪੀਸ ਕੇ ਆਪਣੇ ਜੀਵਨ ਦਾ ਗੁਜ਼ਰਾਨ ਕਰਦੇ ਨੇ। ਬਾਣੀ ਦੇ ਵਿੱਚ ਐਗਜ਼ਾਮਪਲ ਮਿਲਦੀ ਹੈ। ਮੰਨਿਆ ਜਾਂਦਾ ਹੈ ਕਿ ਜਦੋਂ ਕ੍ਰਿਸ਼ਨ ਜੀ ਦੁਰਯੋਧਨ ਦੇ 36 ਪ੍ਰਕਾਰ ਦੇ ਭੋਜਨ ਤਿਆਗ ਕੇ ਬਿਦਰ ਦੇ ਘਰ ਗਏ ਤੇ ਬਿਦਰ ਦੇ ਘਰ ਜਾ ਕੇ ਕੋਧਰੇ ਦੀ ਰੋਟੀ ਤੇ ਸਾਗ ਖਾਧਾ ਉਹਨਾਂ ਨੇ। ਕਬੀਰ ਸਾਹਿਬ ਨੇ ਬਾਣੀ ਵਿੱਚ ਲਿਖਿਆ ਕਿ ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਇ ਭਾਵੈ, ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਨੀ, ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨਾ ਕਾਹੂ ਕੀ ਮਾਨੀ। ਕ੍ਰਿਸ਼ਨ ਜੀ ਨੇ ਬਿਦਰ ਦੇ ਘਰ ਜਾ ਕੇ ਕੋਧਰੇ ਦੀ ਰੋਟੀ ਤੇ ਸਾਗ ਖਾਧਾ। ਭਾਵ ਮੇਰਾ ਕਹਿਣ ਦਾ ਕਿ ਜਿਹੜੇ ਗਰੀਬ ਲੋਕ ਸਨ ਉਹ ਆਪਣੇ ਜੀਵਨ ਗੁਜ਼ਾਰਨ ਲਈ ਕੋਧਰੇ ਦਾ ਆਟਾ ਪੀਸ ਕੇ ਖਾਂਦੇ ਸਨ। ਬਾਬਾ ਫਰੀਦ ਸਾਹਿਬ ਇੱਥੇ ਰਹਿਮਤ ਕਰਦੇ ਨੇ ਕਿ ਹੰਸ ਉਡਰ ਕੋਧਰੇ ਪਿਆ, ਕਿ ਹੰਸ ਉੱਡ ਕੇ ਕੋਧਰੇ ਦੀ ਫਸਲ ਦੇ ਵਿੱਚ ਆ ਕੇ ਬੈਠਿਆ। ਲੋਕ ਵਿਡਾਰਨ ਜਾਏ, ਲੋਕ ਉਹਨੂੰ ਉਡਾਣ ਜਾਂਦੇ ਨੇ ਕਿ ਇਹ ਕੋਧਰੇ ਦੀ ਫਸਲ ਖਾਏ ਨਾ, ਪਰ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਗਹਿਲਾ ਲੋਕ ਨਾ ਜਾਣੇ। ਇਹ ਕਮਲਾ ਸੰਸਾਰ, ਇਹ ਨਾ ਸਮਝ ਲੋਕ ਇਹ ਨਹੀਂ ਜਾਣਦੇ ਕਿ ਹੰਸ ਨਾ ਕੋਧਰਾ ਖਾਏ, ਕਿ ਹੰਸ ਕਦੇ ਕੋਧਰਾ ਨਹੀਂ ਖਾਂਦਾ। ਹੁਣ ਇੱਥੇ ਹੰਸ ਤੋਂ ਭਾਵ ਹੈ ਹੰਸ ਬਿਰਤੀ ਵਾਲੇ ਉਹ ਗੁਰਮੁਖ ਜਨ, ਉਹ ਸੰਸਾਰ ਦੇ ਚ ਆਏ ਜ਼ਰੂਰ ਨੇ। ਗੁਰਦੇਵ ਆਖਦੇ ਨੇ ਕਿ ਉਹਨਾਂ ਦੀ ਸੁਰਤ ਦੀ ਉਡਾਰੀ ਵੀ ਉੱਚੀ ਹੈ। ਕਿ ਹੰਸ ਉਡਰ ਕੋਧਰੇ ਪਿਆ, ਇੱਥੇ ਕੋਧਰੇ ਤੋਂ ਭਾਵ ਹੈ ਕਿ ਵਿਸ਼ੇ ਵਿਕਾਰਾਂ ਦੇ ਅੰਦਰ ਜੋ ਜੀਵ ਖਚਿਤ ਨੇ, ਜਿਨ੍ਹਾਂ ਦਾ ਜੀਵਨ ਬਹੁਤ ਮਲੀਨ ਹੈ, ਜੋ ਵਿਸ਼ੇ ਵਿਕਾਰਾਂ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅੰਦਰ ਗਰਸੇ ਹੋਏ ਨੇ, ਤੇ ਜੇ ਉਹਨਾਂ ਦੇ ਕੋਲ ਕੋਈ ਗੁਰਮੁਖ ਜਨ, ਕੋਈ ਹੰਸ ਰੂਪੀ ਜੀਵ, ਕੋਈ ਰੱਬੀ ਪੁਰਸ਼ ਆ ਜਾਂਦਾ ਹੈ,
ਤੇ ਲੋਕ ਸਮਝਦੇ ਨੇ ਕਿ ਸ਼ਾਇਦ ਇਸ ਜੀਵ ਦਾ ਵੀ, ਗੁਰਮੁਖ ਜਨ ਦਾ ਵੀ ਜੀਵਨ ਉਸ ਵਿਸ਼ੇ ਵਰਗਾ ਹੈ ਕਿਉਂਕਿ ਇਹਨੇ ਉਹਦੀ ਸੰਗਤ ਕੀਤੀ ਹੈ। ਪਰ ਸੱਚ ਇਹ ਹੈ ਕਿ ਸੰਸਾਰ ਦੇ ਵਿੱਚ ਅਵਤਾਰੀ ਪੁਰਸ਼ ਜਦੋਂ ਵੀ ਆਏ ਨੇ, ਲੋਕਾਈ ਦੀ ਭਲਾਈ ਵਾਸਤੇ ਆਏ ਨੇ। ਦੋ ਤਰ੍ਹਾਂ ਦੇ ਜੀ ਸੰਸਾਰ ਦੇ ਵਿੱਚ ਆਏ ਨੇ। ਇੱਕ ਉਹ ਜੋ ਕਰਮ ਭੋਗੀ, ਕਰਮ ਭੋਗਣ ਵਾਸਤੇ ਸੰਸਾਰ ਦੇ ਵਿੱਚ ਆਏ ਨੇ। ਇੱਕ ਉਹ ਨੇ ਜੋ ਸੰਸਾਰ ਦੀ ਲੋਕਾਈ ਦਾ ਭਲਾ ਕਰਨ ਵਾਸਤੇ ਸੰਸਾਰ ਦੇ ਵਿੱਚ ਆਏ ਨੇ। ਜਿਵੇਂ ਇੱਕ ਹਸਪੀਟਲ ਦੇ ਅੰਦਰ ਮਰੀਜ਼ ਵੀ ਹੈ, ਡਾਕਟਰ ਵੀ ਹੈ, ਪਰ ਮਰੀਜ਼ ਦਾ ਇਲਾਜ ਡਾਕਟਰ ਹੀ ਕਰ ਸਕਦਾ ਹੈ। ਚੰਗੇ ਭਲੇ ਮਨੁੱਖ ਨੂੰ ਹਸਪੀਟਲ ਦੇ ਅੰਦਰ ਨਹੀਂ ਰੱਖਿਆ ਜਾਂਦਾ। ਜਿਹੜਾ ਬੰਦਾ ਬਿਮਾਰ ਹੈ ਉਸੇ ਨੂੰ ਹਸਪੀਟਲ 'ਚ ਰੱਖਿਆ ਗਿਆ ਹੈ ਤੇ ਉਹਦਾ ਇਲਾਜ ਡਾਕਟਰ ਹੀ ਕਰੇਗਾ। ਹੁਣ ਕੋਈ ਆਕੇ ਮਰੀਜ਼ ਤੇ ਹਸਪੀਟਲ ਦੇ ਵਿੱਚ ਹੈ, ਡਾਕਟਰ ਦੀ ਕੀ ਲੋੜ ਹੈ? ਡਾਕਟਰ ਉਹਦਾ ਇਲਾਜ ਕਰਨ ਲਈ ਆਇਆ ਹੈ। ਇਸੇ ਤਰ੍ਹਾਂ ਜੋ ਵਿਸ਼ੇ ਵਾਸਨਾ ਦੇ ਅੰਦਰ ਖਚਿਤ ਨੇ, ਉਹਨਾਂ ਦੀ ਭਲਾਈ ਲਈ ਉਹ ਗੁਰਮੁਖ ਜਨ, ਅਵਤਾਰੀ ਪੁਰਸ਼ਾਂ ਨੇ ਸੰਸਾਰ ਦੇ ਚ ਆ ਕੇ ਲੋਕਾਈ ਦਾ ਭਲਾ ਕੀਤਾ। ਬਾਬੇ ਨਾਨਕ ਨੇ 4 ਉਦਾਸੀਆਂ ਵੇਲੇ ਉਹਨਾਂ ਥਾਵਾਂ ਦੇ ਉੱਪਰ ਰਟਣ ਕੀਤਾ ਜਿਹੜੇ ਲੋਕ ਆਪਣੇ ਜੀਵਨ ਦੇ ਵਿੱਚ ਖੁਆਰ ਹੋ ਗਏ ਸਨ। ਭਾਵੇਂ ਸੱਜਣ ਠੱਗ ਹੈ, ਭਾਵੇਂ ਭੂਮੀਆ ਚੋਰ ਹੈ, ਭਾਵੇਂ ਕੋਡਾ ਰਾਖਸ਼ ਹੈ, ਉਹਨਾਂ ਵਿਸ਼ੇਈ ਲੋਕਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸੱਚੇ ਰਾਹ ਦਾ ਪਾਂਧੀ ਬਣਾਇਆ। ਸੋ ਬਾਬਾ ਫਰੀਦ ਸਾਹਿਬ ਨੇ ਆਖਿਆ ਕਿ ਹੰਸ ਉਡਰ ਕੋਧਰੈ ਪਿਆ, ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ, ਨਾ ਸਮਝ ਜੀਵ ਇਹ ਨਹੀਂ ਜਾਣਦੇ ਕਿ ਹੰਸ ਨਾ ਕੋਧਰਾ ਖਾਏ, ਕਿ ਹੰਸ ਵਾਲੀ ਬਿਰਤੀ ਵਾਲੇ ਉਹ ਗੁਰਮੁਖ ਜਨ ਉਹ ਕਦੇ ਹੀ ਵਾਸ਼ਨਾ ਦੇ ਅੰਦਰ ਖਚਿਤ ਨਹੀਂ ਹੁੰਦੇ, ਉਹ ਤੇ ਲੋਕਾਂ ਦਾ ਉਧਾਰ ਕਰਦੇ ਨੇ। ਪਹਿਲਾ ਸ਼ਲੋਕ ਆਪਾਂ ਵਿਚਾਰਨਾ ਹੈ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਕੱਲਰ ਕੇਰੀ ਛਪੜੀ, ਇਹ ਸੰਸਾਰ, ਇਹ ਜਗਤ ਜੋ ਮੋਹ ਮਾਇਆ ਵਾਸ਼ਨਾ ਦੇ ਅੰਦਰ ਖਚਿਤ ਮਾਨੋ ਇੱਕ ਛਪੜੀ ਹੈ। ਤੇ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਹੰਸ ਉਲੱਥੇ ਹੰਝ, ਕਿ ਆਏ ਉਲੱਥੇ ਹੰਝ, ਕਿ ਹੰਸ ਰੂਪੀ ਗੁਰਮੁਖ ਰੂਪੀ ਜੀਵ ਇਸ ਸੰਸਾਰ ਰੂਪੀ ਛਪੜੀ ਦੇ ਵਿੱਚ ਆਏ ਨੇ। ਉਹ ਸੰਸਾਰ ਦੇ ਅੰਦਰ ਰਹਿੰਦੇ ਜ਼ਰੂਰ ਨੇ, ਪਰ ਆਪਣਾ ਜੀਵਨ ਆਪਣੀ ਸੁਰਤ ਮਾਲਕ ਦੇ ਚਰਨਾਂ ਦੇ ਸਦਾ ਜੋੜ ਕੇ ਰੱਖਦੇ ਨੇ। ਤਲਵੰਡੀ ਦੀ ਪਾਵਨ ਧਰਤੀ ਉੱਪਰ ਪੰਡਤ ਹਰਦਿਆਲ ਜੀ ਨੇ ਮਹਿਤਾ ਕਾਲੂ ਜੀ ਨੂੰ ਇੱਕ ਵਾਰ ਕਿਹਾ ਸੀ ਕਿ ਮਹਿਤਾ ਕਲਿਆਣ ਦਾਸ ਜੀ, ਸਮਾਂ ਆਏਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸੀਸ ਉੱਪਰ ਛਤਰ ਝੂਲੇਗਾ। ਹੋ ਸਕਦਾ ਹੈ ਕਿ ਮੈਂ ਸੰਸਾਰ ਤੋਂ ਚਲਾ ਜਾਵਾਂ, ਮੈਂ ਉਹ ਛਤਰ ਨਾ ਦੇਖ ਪਾਂ, ਪਰ ਤੁਸੀਂ ਦੇਖੋਗੇ ਬਾਬੇ ਨਾਨਕ ਦੇ ਸੀਸ ਉੱਪਰ ਛਤਰ ਝੂਲੇਗਾ। ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਚੋਂ ਜਦੋਂ ਵਿਚਰੇ ਨੇ, ਹੁਣ ਜਿਹੜਾ ਵੀ ਕੋਈ ਲੋੜਵੰਦ ਆਂਦਾ ਹੈ, ਕੋਈ ਆਸ ਕਰਕੇ ਆਂਦਾ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਉਹਨੂੰ ਬਸਤਰ ਵੀ ਦਿੰਦੇ ਨੇ, ਉਹਨੂੰ ਅੰਨ ਧਨ ਵੀ ਦਿੰਦੇ ਨੇ। ਤੇ ਮਹਿਤਾ ਕਲਿਆਣ ਦਾਸ ਜੀ ਤੁਰੇ ਜਾ ਰਹੇ ਸਨ, ਰਸਤੇ ਅੰਦਰ ਪੰਡਤ ਹਰਦਿਆਲ ਮਿਲ ਗਿਆ। ਆਖਣ ਲੱਗੇ, ਪੰਡਤ ਹਰਦਿਆਲ ਤੇਰੀ ਵਿਦਿਆ ਫੇਲ ਹੈ, ਤੂੰ ਆਪਣੀ ਵਿਦਿਆ ਦੇ ਵਿੱਚ ਫੇਲ ਹੋ ਗਿਆ। ਉਹ ਆਖਣ ਲੱਗਾ ਜੀ ਕੀ ਹੋਇਆ? ਕਹਿਣ ਲੱਗੇ ਤੂੰ ਕਹਿੰਦਾ ਸੀ ਕਿ ਬਾਬੇ ਨਾਨਕ ਦੇ ਸੀਸ ਪਰ ਛਤਰ ਝੂਲੇਗਾ, ਉਹ ਤੇ ਘਰ ਉਜਾੜੀ ਜਾ ਰਹੇ ਹੈ। ਜਿਹੜਾ ਵੀ ਆਂਦਾ ਹੈ ਉਸ ਨੂੰ ਬਸਤਰ ਦੇ ਦਿੰਦਾ ਹੈ, ਅੰਨ ਧਨ ਦੇ ਦਿੰਦਾ ਹੈ, ਉਹ ਤੇ ਘਰ ਨੂੰ ਉਜਾੜੀ ਜਾ ਰਹੇ ਹੈ, ਤੇ ਤੂੰ ਕਹਿ ਰਿਹਾ ਸੀ ਕਿ ਛਤਰ ਝੂਲੇਗਾ। ਪੰਡਤ ਹਰਦਿਆਲ ਆਖਣ ਲੱਗਾ, ਮਹਿਤਾ ਕਲਿਆਣ ਦਾਸ ਜੀ, ਮੈਂ ਇੱਕ ਗੱਲ ਕਹਿਣੀ ਤੁਹਾਨੂੰ ਭੁੱਲ ਗਿਆ। ਛਤਰ ਤੇ ਝੂਲੇਗਾ, ਪਰ ਤੁਹਾਨੂੰ ਜੀਵਨ ਦੇ ਅਖੀਰਲੇ ਵੇਲੇ ਇਸ ਗੱਲ ਦੀ ਸਮਝ ਆਏਗੀ ਕਿ ਬਾਬਾ ਨਾਨਕ ਆਪ ਰੱਬ ਰੂਪ ਨੇ। ਤੇ ਵਾਕਈ ਮਹਿਤਾ ਕਲਿਆਣ ਦਾਸ ਜੀ ਨੇ ਫਿਰ ਮੰਨਿਆ ਸੀ ਕਿ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਕਿਉਂਕਿ ਸੁਰਤ ਦੀ ਉਡਾਰੀ ਸਦਾ ਨਿਰੰਕਾਰ ਦੇ ਨਾਲ ਹੈ। ਸੰਸਾਰ ਰੂਪੀ ਛਪੜੀ ਦੇ ਚ ਆਏ ਜ਼ਰੂਰ ਨੇ, ਪਰ ਸੁਰਤ ਸਦਾ ਹੀ ਨਿਰੰਕਾਰ ਪਰਮਾਤਮਾ ਦੇ ਨਾਮ ਦੇ ਨਾਲ ਜੁੜੀ ਹੋਈ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੋ ਆਪਣੀ ਪਾਵਨ ਬਾਣੀ ਅੰਦਰ ਇਹ ਬਚਨ ਕਰਦੇ ਨੇ ਕਿ ਚਿਤ ਨਾ ਭਇਓ ਹਮਰੋ ਆਵਨ ਕੈ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਤਿਨ ਪ੍ਰਭ ਜਬ ਆਏ ਸਮੋਹਿ ਦਿਆ, ਤਬ ਹਮ ਜਨਮ ਕੱਲੂ ਮੈਂ ਲਿਆ।
कि चित नहीं सी करदा संसार विच आण नूं, पर मालक दा हुक्म होया तब हम जन्म कलू मैं लिया। इस संसार रूपी काल दे अंदर जगत अंदर बाबा धन गुरु कलगीधर पातशाह महाराज आए। ते जदों जगत विच आए ते की संसार विच आके सुरत खिंड गई। भावें पटने की धरती पर धन गुरु कलगीधर पातशाह महाराज ने जीवन गुजारिया, सुरत तां भी निरंकार नाल है। भावें आनंदपुर साहब की धरती पर रहे ने तां भी निरंकार के चरणों के नाल सुरत जुड़ी है। ते इत्थों तक के चार साहिबजादियां ने शहादत जाम पीता। धन गुरु तेग बहादुर सच्चे पातशाह चांदनी चौक दिल्ली शहादत उन्हां दी होई। माता गुजर कौर जी की शहादत हुई। पर धन गुरु कलगीधर पातशाह बादशाह दरवेश गुरु गोबिंद सिंह सतगुरु महाराज पिंड का सराहना लैके भी माछीवाड़े के जंगलों के विच जे कोई मालिक के चरणों के विच ये गल कह सकता है कि मित्र प्यारे नूं हाल मुरीदां दा कहना वो गुरु कलगीधर ही कह सकता है। क्योंकि संसार दे आके भी सुरत मालिक के चरणों के नाम के नाल खिंडी नहीं, सतगुर के चरणों के नाल वो जुड़े रहे ने। भावें ये संसार भी छपड़ी है कलर दी, वो संसार दे विच आए भी ने महापुरुष गुरमुख जे, पर निरंकार के चरणों के नाल वो सदा ही जुड़े रहते हैं। बाबा नामदेव जी के बारे कबीर साहब का बड़ा प्यारा सलोक है। कबीर साहब आखते हैं कि नामदेव जी और उन्होंने जो मित्र ने त्रिलोचन जी दोनों मित्र ने, ते त्रिलोचन जी जाके की देखते ने कि नामदेव के कपड़े रंगी जा रहे हैं, संसार की किरत करी जा रहे हैं। ते नामदेव ने नू जाके त्रिलोचन जी आखन लगे नामा माया मोहिया कि हे मेरे मित्र नामदेव, मैं तो सोचिया सी कि तेनू नाम की जाचना करांगा, नाम के नाल तू रंगिया हुए, पर सच तो यह है कि तू माया के मोह दे च रंगिया हुए। कबीर साहब के पावन सलोक वो आखते हैं कि त्रिलोचन जी कहते हैं नामदेव नू कि नामा माया मोहिया कह त्रिलोचन मीत, काहे छिपो छाइले राम ना लावो चीत, के राम नू अपने चित्ती क्यों नहीं वसांदा। अगों फिर भगत नामदेव जी आखते ने कि नामा कह त्रिलोचना मुख ते राम संभाल, हाथ पांव कर काम सब चीत निरंजन नाल। हथां पैरां दे नाल वो संत जन गुरमुख संसार की कार करते ने, पर चित सदा निरंकार दे नाल परमात्मा दे नाल जोड़ के रखते ने। ते भगत नामदेव का बड़ा प्यारा बचन है। भगत नामदेव जी आखते ने कि बच्चे बाहर तो कागज लैके आए ते कागज के नाल उन्होंने पतंग बनाई। पतंग बना के वो बच्चे फिर छत के उपर चढ़ के उड़ान से बैठ गए। भगत नामदेव बड़ा सोहना दृष्टांत वो आखन लगे कि आनीले कागद काटीले गुड्डी, आकाश मते भरमी अले, पंच जना स्यों बाद पतौआ, चीज सो डोरी राखी अले। भगत नामदेव जी आखते हैं कि बच्चे अज तो बनिया बनाइया पतंगा मिल जांदियां ने, पहले बच्चे कागज लैके आते सन। आप उन्होंने जो झाड़ू की बोकर की डंडी होंदी है उसके नाल पतंग तैयार करनी, धागे के नाल फैविकोल वगैरह लगा के। भगत नामदेव ने वही दृष्टांत दिता, आखन लगे बाजार तो कागज लैके आए बच्चियां ने कागज के नाल पतंग बनाई। पतंग बना के फिर डोर बन के वो छत के उपर जदों उड़ान वास्ते तुर पे। हुण बच्चे दे नाल 4-5 होर भी साथी ने, वो आकाश के उपर पतंग उड़ांदा भी है, हवा ते पतंग उड़दी भी है। वो अपने मित्रां दे नाल गल्लां भी करदा है, पर ध्यान उहदा डोर दे विच है। नामदेव जी आखते ने कि आनीले कागद काटी रे गुड्डी, आकाश मते भरमी अले, पंच जनै स्यों बात बतौआ, चीज सो डोरी राखी अले, मन राम नामा बेदी अले, जैसे कनिक कला चित मांडी अले। जिवें एक सुनियारा उसकी दुकान के उपर ग्राहक बैठे होण, वो ग्राहकों के नाल गल भी करता है, सोने का ताल मेल भी करता है, वो दसदा भी है कि कितने का सोना है। सारिया गल्लां करदियां होइयां भी उहदा ध्यान अपने बनाण दे विच सोने दे विच है, उत्थे टिकिया होया। भगत नामदेव जी आखदे कि संसार की किरत करदियां इंसान को चित निरंकार दे नाल जोड़ के रख। अगला दृष्टांत देते ने भगत नामदेव जी आखदे ने कि आनीले
कुंभ भराइले उदक राज कुआर पुरंदरिये। हस्त विनोद विचार करती है चीज सो गागर राखिए ले। पुराने समय बच्चियां पानी भरन वास्ते बड़े दूर जांदियां सन। कुआर कन्या ने 2-2 मील 4-4 मील पानी भरन जाना ते सीस दे उपर एक घड़ा रखना, घड़े दे उपर दूसरा घड़ा रखना, एक हाथ दे विच घड़े नूं दबा के लैके आना। नाल उन्हां दीयां सहेलियां दे नाल मजाकां भी करनियां, पर ध्यान उन्हां दा अपने घड़े वल हुंदा सी, अपनी गागर वल हुंदा सी। भगत नामदेव जी आखते हैं कि आनीले कुंभ भराइले उदक राज कुआर पुरंदरिये। हस्त विनोद विचार करती है चीसो गागर राखिए ले। मंदिर एक द्वार 10 जाके गऊ चरावन छाड़िए ले। कहने कि एक घर दे अंदर भावें 10 दरवाजे होण, उस घर दे अंदर गऊ और बच्छा ही वधा होए ते गऊ नूं चराण वास्ते वो राखा दूर किधरे लैके जाए। बच्छा घर दे वधा होए पर उस गऊ का ध्यान अपने बच्चे वाल है कि कदों शाम होए वो जाके अपने बच्चे नूं दुध पिलाए। ध्यान उहदा बच्चे दे विच है। अखीर दे फिर भगत नामदेव जी ने रहमत की, आखन लगे कि मंदिर एक द्वार 10 जाके गऊ चरावन छाड़िए ले। 5 कोस पर गऊ चरावत चीज सो बच्चा राखिए ले। भगत नामदेव जी आखते हैं कि कहत लोचन बालक पालन पोढ़िए ले। कि जिवें एक मां घर के अंदर सारा काम करती है और रसोई भी देखती है, घर का होर भी चौकी जिहड़ी संभालती है, बच्चों का ध्यान करती है, पर उसका ध्यान अपने बच्चे वाल है जो भंगूणे के अंदर पिया हुआ बच्चा रो ना पे। कि अंतर बाहर काज विरोधी चीत सो बारिक राखिए ले। के अंदर बाहर काम करदियां होया भी उहदा ध्यान अपने बच्चे वाल है। इसे तरह गुरमुख जन प्रभु के नाम के नाल जुड़े हुए उस संसार की किरत करदियां होया ध्यान निरंकार के नाल रखते ने। बाबा फरीद साहब का जो पावन श्लोक कि कलर केरी छपड़ी ये संसार मानो कलर की विषय वासनावां की छपड़ी है, जिस दे विच गुरमुख जीव हंस बन के आए ने ते उस संसार दे च विचरदियां होइयां किरतकार करते ने, पर ध्यान निरंकार दे नाल प्रभु दे नाल रखते ने। अगला श्लोक है कि हंस उडर कुद रह पिया। कि गुरमुख रूपी जीव जिहड़ा संसार रूपी इस जगत दे विच आया है ते वासना रूपी मनुखां दे नाल वो संगत करदा है, पर उन्हां दी भलाई लई जो मैं पहला अर्ज की है कि संसार दे अंदर एक वो जीव जो कर्म भोगी आए ने, एक वो जीव परमात्मा का रूप अवतारी पुरुष जो संसार की भलाई वास्ते आए ने। उन्हां दा मकसद संसार के जीवां की भलाई है। धन गुर कलगीधर पातशाह महाराज आखते ने कि संत उबारन दुष्ट संतां नूं उबारन लई ते दुष्टां दा जीवन अंदर खात्मा कर लई। इस कारण लिए धन गुर कलगीधर पातशाह दी आमद हुई उस संसार दे च आए। ते बाबा फरीद साहब आखते हैं कि हंस उडर कुद रह पिया। हुण कोदरा जड़ी है गरीब तबके लिए ये भोजन सी, पर इत्थे वासनावां दे अंदर जो खचित है जीव उन्हां लई आखते ने कि लोक विडारन ला जाए। लोग सोचते हैं कि ये गुरमुख जीव भी जे उहदी संगत करदा है ते इसका जीवन भी ऐसा ही होएगा। गहला लोक ना जानदा हंस ना कोदरा खाए। कि हंस रूपी बिरती वाला गुरमुख जीव वो वासनावां दे अंदर खचित नहीं होंदा। डॉक्टर बलबीर सिंह जी, भाई साहब सिंह जी जिन्हां ने गुरु ग्रंथ साहिब महाराज का टीका किया है, इन्हां दे छोटे भराता डॉक्टर बलबीर सिंह पहला चलाना कर गए सन। डॉक्टर साहब सिंह जी ते कुछ बची हुई जो रचना है डॉक्टर बलबीर सिंह ने पूरी की सी उन्हां दी। डॉक्टर बलबीर सिंह ने बड़ी सोहनी एक गल लिखी है। वो कहते हैं कि एक राजे का ਜਾਂ कह लवा एक अमीर मनुख का एक फकीर जिहड़ा है मित्र बन गया। अमीर मनुख जिहदे कोल बड़े धन पदार्थ ते वासनावां दे अंदर खचित वेसी। सच तो यह है कि मनुख आखदा जरूर है कि रब की प्राप्ति होए, रब मिल जाए,
पर साहब सिंह जी लिखते हैं कि जे रब सामने आ जाए ना तो मनुख उसनों पछाण भी नहीं पाएगा, तो मनुख उसनों प्राप्त भी नहीं कर पाएगा, उसदे नाल सांझ नहीं पा सके। कहण नूं जरूर कहता है कि रब की प्राप्ति हो जाए। वो कहते कि अमीर मनुख जो वासनावां दे अंदर खचित सी, उहदा फकीर दोस्त सी ते बड़ा सियाणा सी, रागां दा धनी सी, राग विद्या बहुत उहनूं सी आंदी सी। अमीर मनुख ने बड़ी बारी बुलाया उसनूं कि मेरे घर आ, मेरे घर दे अंदर बड़े फंक्शन होंदे ने। वो फकीर नहीं आया। एक दिन महफिल सजी हुई, उन्होंने सदा दिता गया, फकीर आ गया। फकीर आया तो पहले जो दरबारी सी, दरबारी ने अंदर आने तो मना किया, खैर कह कवा के वो अंदर आ गया। हुण लोग सारे देखते ने कि तन दे उपर पाए हुए कपड़े भी चंगे ने, लंगीरों लंगीर ने। कई बच्चे पकड़ के दे कपड़े खिंचते ने, कई मजाक करते ने। उस फकीर ने अपना बाजा जो पकड़िया हुआ सी, बाजा बजाना शुरू किया। पहले ऐसा राग छड़िया कि सारे हसन लग पे, बहुत हसे। फिर कुछ समय बाद ऐसा राग छेड़िया कि सारे रोन लग पे, रोंदे रहे। ते तीसरी बार उसने ऐसा राग छड़िया कि सारे मदहोश होके, बेहोश होके जमीन के उपर डिग पे। डॉक्टर बलबीर सिंह लिखते ने जदों वो फकीर तुरन लगा ना, जदों उन्हें कागज के उपर लिखिया, अपने मित्र नूं आखन लगा कि मैं तेरी महफिल दे विच आया जरूर हाँ, पर इन्हां लोकां नूं मेरी कदर नहीं है। ये मेरी अंदर दी रूहानियत नूं नहीं समझ सके। मैं आया, इन्हां नूं हसाया भी, मैं इन्हां नूं रुवाया भी, अखीर मैं इन्हां नूं सुआ के चला गया। सच जानना कि एक कोई भी मेरी अंदर दी रूहानियत नूं जानकार नहीं, ते जिथे जानकार ना होए वो लोग फिर इस गल नूं समझ नहीं सकते, जिन्होंने बाणी आखदी है कि होण नजीक खुदाए दे भेत ना किसे ने। ਜਿਹੜੇ रब के नेड़े ने ना, संसार उन्होंने कमला कहता है, खिमा करना। बाबा नानक नूं भी लोगों ने आख्या कि कोई आखे भूतना, को कहे बेताला, कोई आखे आदमी, नानक बेचारा भया दीवाना शाका, नानक बोराना। नानक कमला हो गया। गुरदेव पातशाह ने बाणी विच लिखिया है, गुरु नानक सच्चे पातशाह ने, क्योंकि लोगों ने कदर नहीं पाई। पर अज बाबा फरीद साहब आखते ने कि हंस उडर कुद रह पिया कि गुरमुख जीव जिहड़ा है परमात्मा के नाम के नाल जुड़िया होया, वो जो विषयी लोग ने उन्हां दी संगत जरूर करदा है, पर उन्हां दी भलाई लई। जिवें पहला मैं अर्ज की है कि एक मरीज का इलाज एक डॉक्टर ही कर सकता है। जे गुरु नानक सच्चे पातशाह चार उदासियां ना करते, उन्हां लोकां दा भला ना करते, और इत्थों तक जो गुरु धाम बने हुए ने, धार्मिक स्थान बने हुए ने, लोकां नूं सिक्ख्या देण लई बने हुए ने, ते जिहड़ा बंदा बीमार होएगा वही हॉस्पिटल जाएगा ना। इसे तरह धार्मिक स्थान दे जाके भी सानूं उत्थे ज्ञान प्राप्त होंदा है। जो साडे कोल ज्ञान नहीं है, वो गुरु के उपदेश राही, गुरु की सिक्ख्या राही सानूं उस ज्ञान की प्राप्ति होंदी है। मैं गल करके समाप्ति करा। सियालां दी रात है, बहुत ठंड पै रही है, ते उस ठंड दे अंदर एक घर का दरवाजा एक दरवेश ने, एक फकीर ने, एक साधु ने खड़काया। बाहर बहुत जोर की बारिश हो रही सी। उस फकीर कोल अपने तन दे उपर पाउण लई चंगे कपड़े भी नहीं, लंगीरों लंगीर कपड़े ने। बाहर ठंड भी जोरां दी है ते बारिश ही पै रही है। जदों दरवाजा खड़काया ते दरवाजा खोलण वेले जो देखदा है ते वो घर किसे वेश्वा दा है। ते उस फकीर ने कहा कि बेटा बेटी अज दी रात मैं इत्थे तेरे घर रहना है, सवेरे मैं चला जावांगा। ये गल कहण दी देर सी, वो वासनावां दे अंदर जो खचित वेश्वा सी वो रो पई। कहन लगी लोग बड़े इस दर दे उपर आए, पर चम दे व्यापारी बन के आए। उन्होंने तन का ही व्यापार किया, पर पहली बार कोई पिता बन के आया है। पहली बार कोई आया है जिसने अज बेटी कह के, बच्ची कह के मैनू नवाजिया है। चरनां दे विच नमस्कार की, उसने मत्था टेकिया।
ਤੇ ਉਸ ਸਾਧੂ ਨੇ, ਉਸ ਪੂਰਨ ਪੁਰਸ਼ ਨੇ ਆਪਣੇ ਹੱਥ ਦੇ ਵਿੱਚ ਰੱਖਿਆ ਹੋਇਆ ਪਿੰਜਰਾ ਸੀ, ਤੋਤਾ ਸੀ, ਤੋਤਾ ਉਹਦੇ ਹੱਥ ਵਿੱਚ ਪਕੜਾ ਦਿੱਤਾ। ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੀ ਪੌੜੀ ਦੇ ਅੰਕਿਤ ਕੀਤਾ ਹੈ, ਆਖਦੇ ਨੇ ਕਿ ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ। ਉਹ ਕੌਣ ਹੈ ਗਨਕਾ ਪਾਪਣ ਹੈ? ਗਣਕਾ ਪਾਪਣ ਜੋ ਵਿਸ਼ੇ ਵਿਕਾਰਾਂ ਦੇ ਅੰਦਰ ਖਚਿਤ ਹੈ, ਜਿਹਦਾ ਜੀਵਨ ਇਤਨਾ ਮਲੀਨ ਹੋ ਗਿਆ, ਜੋ ਅੱਜ ਬਾਬਾ ਫਰੀਦ ਸਾਹਿਬ ਨੇ ਸ਼ਲੋਕ ਉਚਾਰਨ ਕੀਤਾ ਕਿ ਹੰਸ ਉਡਰ ਕੋਦਰੇ ਪਿਆ। ਉਹ ਕੋਦਰੇ ਦੀ ਜ਼ਮੀਨ ਦੇ ਉੱਪਰ ਜੋ ਵਿਸ਼ੇ ਵਿਕਾਰਾਂ ਦੇ ਅੰਦਰ ਖਚਿਤ ਨੇ, ਗੁਰਮੁਖ ਜਨ ਉਹਨਾਂ ਦੇ ਕੋਲ ਜਾਂਦੇ ਨੇ ਉਹਨਾਂ ਦੀ ਭਲਾਈ ਲਈ। ਇਹ ਨਾ ਅੰਦਾਜ਼ਾ ਲਗਾਇਆ ਜਾਏ ਕਿ ਉਹ ਮਨੁੱਖੀ ਵਾਸ਼ਨਾ ਦੇ ਅੰਦਰ ਖਚਿਤ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਲੋਕਾਈ ਦਾ ਬੜਾ ਭਲਾ ਕੀਤਾ ਤੇ ਉਹਨਾਂ ਦਾ ਭਲਾ ਕੀਤਾ ਜੋ ਰਾਤ ਦਿਨ ਵਾਸ਼ਨਾਵਾਂ ਭੋਗ ਰਹੇ ਸਨ। ਸਾਧੂ ਨੇ ਦਰਵਾਜ਼ਾ ਖੜਕਾਇਆ, ਉਸਨੇ ਨਮਸਕਾਰ ਕੀਤੇ ਤੇ ਉਸ ਸਾਧੂ ਨੇ ਆਪਣੇ ਹੱਥ ਵਿੱਚ ਰੱਖਿਆ ਪਿੰਜਰਾ ਦਿੱਤਾ। ਆਖਣ ਲੱਗੇ ਇਸ ਨੂੰ ਰਾਮ ਰਾਮ ਜਪਾਈ, ਤੇ ਰਾਮ ਰਾਮ ਤੋਤੇ ਨੂੰ ਜਪਾਉਂਦਿਆਂ ਹੋਇਆਂ ਉਹ ਗਨਕਨ ਰਾਮ ਦਾ ਰੂਪ ਹੋ ਗਈ। ਭਾਈ ਗੁਰਦਾਸ ਜੀ ਆਖਦੇ ਕਿ ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲਹਾਰ ਪਰੋਤਾ। ਅਚਾਨਚਕ ਮਹਾਂਪੁਰਸ਼ ਗਨਕਾ ਦੇ ਵਾੜੇ ਆਏ ਖਲੋਤਾ, ਕਿ ਗਨਕਾ ਦੇ ਘਰ ਜਾ ਕੇ ਖਲੋ ਕੇ ਆਪਣੇ ਹੱਥਾਂ ਦੇ ਚੋਂ ਫਿਰ ਤੋਤਾ ਦਿੱਤਾ। ਰਾਮ ਨਾਮ ਦੀ ਐਸੀ ਲਿਵ ਲੱਗੀ ਜੋ ਰਾਤ ਦਿਨ ਵਾਸ਼ਨਾ ਦੇ ਅੰਦਰ ਖਚਿਤ ਸੀ। ਰਾਮ ਦਾ ਨਾਮ ਤੋਤੇ ਨੂੰ ਜਪਾਉਂਦਿਆਂ ਜਪਾਉਂਦਿਆਂ ਆਪ ਰਾਮ ਦਾ ਰੂਪ ਹੋ ਗਈ। ਅੱਜ ਬਾਬਾ ਫਰੀਦ ਸਾਹਿਬ ਨੇ ਇਹ ਰਹਿਮਤ ਕੀਤੀ, ਆਖਨੇ ਹੰਸ ਉਡਰ ਕੋਦਰੇ ਪਿਆ, ਕਿ ਹੰਸ ਵਾਲੀ ਬਿਰਤੀ ਵਾਲੇ ਉਹ ਜੀਵ ਜਦੋਂ ਵਾਸ਼ਨਾਵਾਂ ਭੋਗਣ ਵਾਲੇ ਦੀ ਸੰਗਤ ਕਰਦੇ ਨੇ ਤੇ ਉਸ ਗੁਰਮੁਖ ਜਨ ਦੀ ਸੰਗਤ ਦੀ ਬਰਕਤ ਦੇ ਨਾਲ ਉਹਨਾਂ ਦਾ ਜੀਵਨ ਵੀ ਪਾਕ ਹੋ ਜਾਂਦਾ ਹੈ। ਲੋਕ ਵਿਡਾਰਨ ਲਾ ਜਾਏ, ਲੋਕ ਉਹਨਾਂ ਦੀ ਨਿੰਦਿਆ ਕਰਦੇ। ਦੇਖੋ ਕਿ ਸ਼ਰਾਬੀ ਦੀ ਸੰਗਤ ਕੀਤੀ ਹੈ, ਵਾਸ਼ਨਾਵਾਂ ਦੇ ਅੰਦਰ ਖਚਿਤ ਮਨੁੱਖ ਦੀ ਆਪਣੇ ਆਪ ਨੂੰ ਗੁਰਮੁਖ ਕਹਿੰਦਾ ਹੈ, ਪਰ ਸੰਗਤ ਕਿਹਨਾਂ ਦੀ ਹੈ? ਬਾਬਾ ਫਰੀਦ ਸਾਹਿਬ ਆਖਦੇ ਕਿ ਗਹਿਲਾ ਲੋਕ ਨਾ ਜਾਣਦਾ, ਅਣਜਾਣ ਮਨੁੱਖ ਨਾ ਸਮਝ ਮਨੁੱਖ ਇਹ ਨਹੀਂ ਜਾਣਦਾ ਕਿ ਹੰਸ ਨਾ ਕੋਦਰਾ ਖਾਏ, ਕਿ ਹੰਸ ਬਿਰਤੀ ਵਾਲੇ ਵਾਸ਼ਨਾਵਾਂ ਨਹੀਂ ਭੋਗਦੇ, ਉਹ ਤੇ ਸੰਸਾਰ ਤੇ ਜੀਵਾਂ ਦਾ ਭਲਾ ਕਰਦੇ ਨੇ। ਸਤਿਗੁਰ ਕਿਰਪਾ ਕਰਨ। ਬੋਲਦਿਆਂ ਬੇਅੰਤ ਭੁੱਲਾਂ ਮੇਰਾ ਗੁਰੂ ਸਮਰੱਥ ਹੈ, ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਦੇਣਾ। ਬੜੇ ਪਿਆਰ ਨਾਲ ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।